Dear students, today we will discuss some of very interesting facts about our earth, this universe, about our moon, stars, solar system, etc. You will enjoy these things. I know it very well. You must have read about all these things in your geography part, ਯਾਨੀ ਤੁਸੀਂ ਇਹ ਸਾਰਾ ਕੁਝ ਸ਼ਾਇਦ ਪੜ੍ਹਿਆ ਵੀ ਹੋਣਾ ਜੀਓਗ੍ਰਾਫੀ ਵਿੱਚ ਜਦੋਂ ਤੁਸੀਂ ਸੌਰ ਮੰਡਲ ਬਾਰੇ ਜਾਂ ਤੁਸੀਂ ਆਪਣੇ ਬ੍ਰਹਿਮੰਡ ਬਾਰੇ ਪੜ੍ਹਿਆ ਹੋਣਾ ਤਾਂ ਤੁਸੀਂ ਜ਼ਰੂਰ ਪੜ੍ਹਿਆ ਹੋਣਾ। Now can you guess which chapter are we going to discuss? ਕੀ ਤੁਸੀਂ ਗੈਸ ਕਰ ਸਕਦੇ ਹੋ ਕਿ ਅਸੀਂ ਕਿਹੜਾ ਚੈਪਟਰ ਕਿਹੜਾ ਅਸੀਂ ਪਾਠ ਪੜ੍ਹਨ ਜਾ ਰਹੇ ਹਾਂ? I'll give you some hints regarding it. ਹੁਣ ਮੈਂ ਇਸ ਦੇ ਨਾਲ ਸੰਬੰਧਿਤ ਤੁਹਾਨੂੰ ਕੁਝ ਨਾ ਕੁਝ ਹਿੰਟ ਜ਼ਰੂਰ ਦਊਂਗੀ so that you may come to know ਤਾਂ ਕਿ ਤੁਸੀਂ ਪਤਾ ਕਰ ਸਕੋ ਕਿ which chapter are we going to discuss, ਅਸੀਂ ਕਿਹੜਾ ਚੈਪਟਰ ਪੜ੍ਹਨ ਜਾ ਰਹੇ ਹਾਂ। Here you are looking that earth is moving, ਤੁਸੀਂ ਇੱਥੇ ਦੇਖ ਰਹੇ ਹੋ ਕਿ ਧਰਤੀ ਘੁੰਮ ਰਹੀ ਹੈ। Here it is the map of India, ਇੱਥੇ ਭਾਰਤ ਦਾ ਨਕਸ਼ਾ ਬਣਿਆ ਹੋਇਆ ਹੈ। Now I'll ask some questions. If you will answer these questions, then I think you will guess the topic. ਮੈਨੂੰ ਲੱਗਦਾ ਹੈ ਕਿ ਅਗਰ ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇ ਦੋਗੇ ਤਾਂ ਤੁਸੀਂ ਜਿਹੜਾ ਹੁਣ ਅਸੀਂ ਟੌਪਿਕ ਕਰਨ ਜਾ ਰਹੇ ਹਾਂ, ਜਿਹੜਾ ਲੈਸਨ ਕਰਨ ਜਾ ਰਹੇ ਹਾਂ, ਉਹਦੇ ਬਾਰੇ ਕੁਝ ਜਾਣਕਾਰੀ ਤੁਹਾਨੂੰ ਮਿਲ ਜਾਏਗੀ। Do you know who was the first Prime Minister of India? ਕੀ ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸੀ? We got independence on 15th August 1947. ਸਾਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ। And who was the first Prime Minister of India? ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸੀ? What was the name of the daughter of the first Prime Minister of India? ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦੀ ਬੇਟੀ ਦਾ ਕੀ ਨਾਮ ਸੀ? Now I'll give you a clue. ਮੈਂ ਕੁਝ ਤੁਹਾਨੂੰ ਥੋੜਾ ਜਿਹਾ ਹਿੰਟ ਇੱਕ ਹੋਰ ਦੇਣੀ ਆ। She had also remained our Prime Minister. ਉਹ ਵੀ ਸਾਡੀ ਪ੍ਰਾਈਮ ਮਿਨਿਸਟਰ ਰਹਿ ਚੁੱਕੀ। ਤੁਸੀਂ ਗੈਸ ਕਰ ਸਕਦੇ ਹੋ। What do we call this earth? ਅਸੀਂ ਇਸ ਧਰਤੀ ਨੂੰ ਕੀ ਕਹਿੰਦੇ ਆ? A planet or a satellite? ਅਸੀਂ ਕੀ ਕਹਿੰਦੇ ਆ ਕਿ ਸਾਡੀ ਧਰਤੀ ਇੱਕ ਗ੍ਰਹਿ ਹੈ ਜਾਂ ਫਿਰ ਇੱਕ ਉਪਗ੍ਰਹਿ ਹੈ? Think about it. Now I am giving the answers to these questions. Pandit Jawaharlal Nehru was the first Prime Minister of India. Pandit Jawaharlal Nehru ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੀ। ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਹੈ, ਉਸ ਆਜ਼ਾਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਹੀ ਸੀ। Mrs. Indira Gandhi was the daughter of Pandit Jawaharlal Nehru. ਸ਼੍ਰੀਮਤੀ ਇੰਦਰਾ ਗਾਂਧੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਪੁੱਤਰੀ ਸੀ, ਬੇਟੀ ਸੀ, ਜਿਹੜੇ ਕਿ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੀ। Third answer is Earth is a planet. ਧਰਤੀ ਇੱਕ ਗ੍ਰਹਿ ਹੈ, ਉਪਗ੍ਰਹਿ ਨਹੀਂ। Now we will read the chapter The Making of the Earth, यानी ਧਰਤੀ ਦਾ ਬਣਨਾ, ਧਰਤੀ ਦਾ ਹੋਂਦ ਵਿੱਚ ਆਉਣਾ, ਇਹ ਕਿਵੇਂ ਪੋਸੀਬਲ ਹੋਇਆ? ਇਸ ਚੀਜ਼ ਦਾ ਆਨਸਰ ਤੁਹਾਨੂੰ ਇਸ ਚੈਪਟਰ ਵਿੱਚ ਮਿਲੇਗਾ। ਜਵਾਹਰ ਲਾਲ ਨਹਿਰੂ from 1889 to 1964. ਜਵਾਹਰ ਲਾਲ ਨਹਿਰੂ ਜਿਨ੍ਹਾਂ ਦਾ ਜਨਮ 1899 ਈਸਵੀ ਵਿੱਚ ਹੋਇਆ ਔਰ ਉਹਨਾਂ ਦੀ ਡੈਥ ਹੋਈ 1964 ਵਿੱਚ।
He was a prolific writer. ਉਹ ਇੱਕ ਬਹੁਤ ਹੀ ਸੂਝਵਾਨ ਲੇਖਕ ਸੀ। He was an original thinker and had great insight. ਉਹ ਇੱਕ ਜਿਹੜੇ ਰੱਬੀ ਤੌਰ ਤੇ ਸੋਚਣਸ਼ੀਲ ਹੁੰਦੇ ਹੈ, ਉਹ ਇੱਕ ਆਪਣੇ ਓਰੀਜਨਲ ਤੌਰ ਤੇ ਹੀ ਜਿਹੜੇ ਸੁਭਾਵਿਕ ਤੌਰ ਤੇ ਹੀ ਇੱਕ ਸੋਚਣਸ਼ੀਲ ਵਿਅਕਤੀ ਸੀ ਔਰ had a great insight ਔਰ ਉਹਨਾਂ ਦਾ ਬਹੁਤ ਹੀ ਜ਼ਿਆਦਾ ਸੂਝਵਾਨ ਸੀਗੇ, ਬਹੁਤ ਹੀ ਜ਼ਿਆਦਾ ਸੂਝ-ਬੂਝ ਰੱਖਦੇ ਸੀ। His famous books are Glimpses of World History and Discovery of India. ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਬੁੱਕਸ ਤੇ ਕਈ ਲਿਖੀਆਂ, he had written many books, ਉਹਨਾਂ ਨੇ ਕਈ ਕਿਤਾਬਾਂ ਲਿਖੀਆਂ, ਪਰ ਉਹਨਾਂ ਦੀ ਬੁੱਕਸ ਜਿਹੜੀਆਂ ਉਹਨਾਂ ਚੋਂ ਪ੍ਰਸਿੱਧ ਬੁੱਕਸ ਹੈ Glimpses of World History and Discovery of India. This small piece is an extract from Nehru's letters from a father to his daughter, which he wrote to his daughter Indira in the summer of 1928 when she was at Mussoorie. ਇਹ ਛੋਟਾ ਜਿਹਾ ਅੰਸ਼, ਇਹ ਛੋਟਾ ਜਿਹਾ ਟੁਕੜਾ ਕਿਹਨੂੰ ਕਿਹਾ ਗਿਆ? This is said about your chapter. ਤੁਹਾਡਾ ਚੈਪਟਰ ਜਿਹੜਾ ਛੋਟਾ ਜਿਹਾ ਤੁਹਾਡਾ ਚੈਪਟਰ ਹੈ ਦਿੱਤਾ ਗਿਆ ਹੈ, it is an extract. extract ਹੁੰਦਾ ਬੇਟਾ ਇੱਕ ਅੰਸ਼। ਇਹ ਇੱਕ ਅੰਸ਼ ਹੈ ਕਿੱਥੋਂ ਦਾ? from Nehru's letters from a father to his daughter. ਨਹਿਰੂ ਦੀਆਂ ਜਿਹੜੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਲੈਟਰਸ ਲਿਖੀਆਂ, letters from a father to his daughter, ਇੱਕ ਪਿਤਾ ਦੁਆਰਾ ਆਪਣੀ ਬੇਟੀ ਨੂੰ ਲਿਖੇ ਗਏ ਪੱਤਰ, ਚਿੱਠੀਆਂ। ਯਾਨੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੁਝ ਚਿੱਠੀਆਂ ਆਪਣੀ ਬੇਟੀ ਇੰਦਿਰਾ ਨੂੰ ਲਿਖੀਆਂ। ਉਹ ਚਿੱਠੀਆਂ ਇੱਕ ਟਾਈਮ ਤੇ ਪਬਲਿਸ਼ ਹੋ ਗਈਆਂ, ਛਪ ਗਈਆਂ, and these letters took the shape of a book. ਇਸ ਜਿਹੜੀ ਲੈਟਰਸ ਹੈ ਉਹਨਾਂ ਨੇ ਵੀ ਇੱਕ ਬੁੱਕ ਦੀ, ਇੱਕ ਕਿਤਾਬ ਦੀ ਸ਼ੇਪ ਲੈ ਲਈ ਜਿਹਦਾ ਨਾਮ ਹੈ ਲੈਟਰਸ ਫਰੋਮ ਅ ਫਾਦਰ ਟੂ ਹਿਸ ਡਾਟਰ। ਇਹ ਕਦੋਂ ਲਿਖੀਆਂ? which he wrote to his daughter, ਜਦੋਂ ਉਹਨਾਂ ਨੇ ਇਹ ਚਿੱਠੀਆਂ ਆਪਣੀ ਬੇਟੀ ਨੂੰ ਉਦੋਂ ਲਿਖੀਆਂ ਜਦੋਂ ਉਹਨਾਂ ਦੀ ਬੇਟੀ ਇੰਦਿਰਾ in the summer of 1928, 1928 ਦੇ ਗਰਮੀਆਂ 'ਚ ਇਹ ਇੰਦਿਰਾ ਨੂੰ ਲਿਖੀਆਂ ਗਈਆਂ ਜਦੋਂ ਇੰਦਿਰਾ ਕਿੱਥੇ ਸੀ? she was at Mussoorie. ਉਹ ਮਸੂਰੀ 'ਚ ਸੀਗੀ ਉਹਨਾਂ ਦੀ ਬੇਟੀ। This bunch of 30 letters contains essential facts of evolution of man, beginning from the making of the earth to the great age of the Ramayana and the Mahabharata. ਇਹ ਜਿਹੜੀ ਬੰਚ ਹੈ, ਬੰਚ ਮੀਨਸ ਤੁਸੀਂ ਗੁੱਛਾ ਵੀ ਕਹਿ ਸਕਦੇ ਹੋ, ਤੁਸੀਂ ਇੱਕ ਸਮੂਹ ਵੀ ਕਹਿ ਸਕਦੇ ਹੋ, ਤੁਸੀਂ ਇਕੱਠ ਵੀ ਕਹਿ ਸਕਦੇ ਹੋ। ਇਹ 30 ਚਿੱਠੀਆਂ ਦਾ ਇੱਕ ਬੰਚ, ਇੱਕ ਟੋਟਾ, ਇੱਕ ਗੁੱਛਾ ਜਿਹੜਾ ਹੈ ਉਹਦੇ ਵਿੱਚ ਐਸੈਂਸ਼ੀਅਲ ਹੁੰਦਾ, ਬਹੁਤ ਜ਼ਰੂਰੀ। ਫੈਕਟਸ ਮੀਨਸ ਤੱਥ, ਸੱਚਾਈ, ਸੱਚੇ ਤੱਤ ਜਿਹੜੇ ਹੈ ਇਹ 30 ਚਿੱਠੀਆਂ ਵਿੱਚ ਬਿਲਕੁਲ ਜ਼ਰੂਰੀ ਤੱਤ, ਜਿਹੜੇ ਜ਼ਰੂਰੀ ਤੱਤ ਐਵੋਲਿਊਸ਼ਨ ਆਫ ਮੈਨ, ਜਿਹੜਾ ਮਨੁੱਖ ਹੋਂਦ 'ਚ ਆਇਆ, ਮਨੁੱਖ ਦੇ ਵਿਕਾਸ ਤੋਂ ਲੈ ਕੇ, ਦੀ ਸ਼ੁਰੂਆਤ ਤੋਂ ਲੈ ਕੇ, ਧਰਤੀ ਦੇ ਬਣਨ ਤੋਂ ਲੈ ਕੇ, ਯਾਨੀ ਜਦੋਂ ਧਰਤੀ ਹੋਂਦ 'ਚ ਆਈ ਔਰ ਉਸ ਤੋਂ ਬਾਅਦ ਮਨੁੱਖ ਹੋਂਦ 'ਚ ਆਇਆ, ਮਨੁੱਖ ਦੇ ਵਿਕਾਸ ਤੋਂ ਲੈ ਕੇ to the great age of Ramayana and Mahabharata, ਰਾਮਾਇਣ ਔਰ ਮਹਾਭਾਰਤ ਦੇ ਯੁੱਗ ਤੱਕ ਦਾ ਵਰਣਨ ਇਹ 30 ਚਿੱਠੀਆਂ ਵਿੱਚ ਦਿੱਤਾ ਗਿਆ ਹੈ। In this letter, Nehru begins by defining the solar system to which our earth belongs. ਇਸ ਚਿੱਠੀ ਵਿੱਚ, ਇਹ ਚਿੱਠੀ ਇਸ ਵਾਸਤੇ ਕਿਹਾ ਗਿਆ ਬੇਟਾ, the whole chapter
is one letter of Pandit Jawaharlal Nehru, written by Pandit Jawaharlal Nehru to his daughter, क्योंकि ये इको चिट्ठी लिखी गई उस चिट्ठी ਨੂੰ ਪਬਲਿਸ਼ ਕੀਤਾ ਗਿਆ द मेकिंग ऑफ अर्थ ਦੇ ਰੂਪ ਵਿੱਚ। ਇਸ चिट्ठी ਵਿੱਚ पंडित जवाहरलाल नेहरू ने जिथों ये चिट्ठी शुरू की है वो चिट्ठी के शुरू विच बाय डिफाइनिंग द सोलर सिस्टम उन्होंने इस चिट्ठी के शुरू किया है सौर मंडल का वर्णन किया है जिस नाल साडी धरती संबंध रखती है। He goes on to differentiate between a planet and a star। उन्होंने ਇਹਦੇ ਵਿੱਚ ਇੱਕ ਗ੍ਰਹਿ ਅਤੇ ਤਾਰੇ ਦੇ ਵਿੱਚ ਅੰਤਰ ਦੱਸਿਆ ਹੈ। He later talks of the breaking away of the earth from the sun। ਬਾਅਦ ਵਿੱਚ ਉਹਨਾਂ ਨੇ ਧਰਤੀ ਦੇ ਸੂਰਜ ਤੋਂ ਟੁੱਟ ਕੇ ਅਲੱਗ ਹੋਣ ਦੇ ਬਾਰੇ, the breaking of the moon from the earth ਔਰ ਚੰਦ ਦੇ मून मीन्स चंद्रमा, चंद्रमा दे धरती तो अलग होने बारे, the gradual cooling of the earth and the moon और हौले हौले धरती दे ठंडे होने बारे और चंद्रमा दे भी ठंडे होने दे बारे च जानकारी धीरे धीरे इस पाठ विच सांझी कीती है। उस दे नाल ही उन्होंने the condensation of vapors जेड़े कण सीगे ਜਿਹੜੇ ਨਮੀ ਦੇ ਕਣ ਸੀਗੇ ਉਹਨਾਂ ਦੇ ਸੰਘਣੇ ਹੋਣ ਤੋਂ ਬਾਅਦ ਔਨ ਦਾ ਸਰਫੇਸ ਆਫ ਦਾ ਅਰਥ ਧਰਤੀ ਦੀ ਸਤਹ ਉੱਤੇ ਐਂਡ ਦਾ ਧਰਤੀ ਦੀ ਸਤਹ ਉੱਤੇ ਕਿਵੇਂ ਉੱਥੇ ਜਿਹੜੇ ਸਾਡੇ ਹਵਾ ਵਿੱਚ ਪਾਣੀ ਦੇ ਕਣ ਸੀਗੇ ਨਮੀ ਦੇ ਕਣ ਸੀ ਉਹ ਕਿਵੇਂ ਸੰਘਣੇ ਹੋਏ ਔਰ ਕਿਵੇਂ ਦਾ ਫਾਰਮੇਸ਼ਨ ਆਫ ਦਾ ਗ੍ਰੇਟ ਓਸ਼ਨਸ ਔਰ ਕਿਵੇਂ ਵੱਡੇ ਵੱਡੇ ਸਮੁੰਦਰ ਬਣੇ ਉਹਦੇ ਬਾਰੇ ਚ ਜਾਣਕਾਰੀ ਸਾਂਝੀ ਕੀਤੀ ਗਈ ਹੈ। Next, now we will discuss, you know that the earth goes round the sun and the moon goes round the earth। know ਦਾ ਮਤਲਬ ਪਤਾ ਹੋਣਾ, ਤੁਹਾਨੂੰ ਪਤਾ ਹੀ ਹੈ ਕਿ अर्थ यानी कि धरती goes round the sun सूरज दे आले दुआले घूमती है and the moon goes round the earth और चंद्रमा धरती दे आले दुआले घूमता है। you know also शायद तुहानू ये भी पता है, perhaps का मतलब होता है शायद तुहानू ये भी पता है that there are several other bodies which like the earth go round the sun जेड़े कि कुछ अजिहे भी सानू ये भी पता है कि कई पिंड दा बॉडीज मीन्स पिंड कई पिंड अजिहे भी हन जेड़े कि साडे धरती दी तरह सूरज दे आसे पासे चक्कर लगांदे हन। all these including our earth are called planets of the sun। ये सारे साडी धरती नू मिला के ग्रह कहे जाते हैं। इन्हां सारियां नू साडी धरती दे नाल नाल सूरज दे ग्रह कहा जाता है। The moon is called a satellite of the earth। चंद नू धरती दा उपग्रह कहा जाता है। क्यों कहा जाता है? बिकॉज इट हैंग्स ऑन टू इट, क्योंकि ये उस दे नाल लटकिया होया है। The other planets have also got their satellites। होर जेड़े उपग्रह ने होर जेड़े ग्रह ने उन्हां दे भी सैटेलाइट्स मीन्स उपग्रह हैगे हन। उन्हां दे भी अपने अपने उपग्रह हन। The sun and the planets with their satellites form a happy family। सूरज उदे ग्रह और उदे नाल नाल ग्रहां दे उपग्रह एक खुशनुमा परिवार बनाउंदे हन, एक बड़ा ही वधिया परिवार बनाउंदे हन। This is called the solar system। इस नू सौर मंडल कहा जाता है।
Solar means belonging to the sun. ਸੌਰ ਦਾ ਮਤਲਬ ਹੁੰਦਾ ਹੈ ਸੂਰਜ ਦੇ ਨਾਲ ਸੰਬੰਧਿਤ, and the sun being the father of all planets, और ਸੂਰਜ ਸਾਰੇ ਗ੍ਰਹਿਆਂ ਦਾ ਪਿਤਾ ਹੋਣ ਦੇ ਨਾਤੇ ਇਹ ਸਾਰੇ ਗ੍ਰਹਿ ਸੂਰਜ ਦੇ ਨਾਲ ਸੰਬੰਧਿਤ ਹਨ। ਜਿਵੇਂ ਕਿ ਬੇਟਾ ਆਪਣੀ ਫੈਮਿਲੀ ਵਿੱਚ ਅਸੀਂ ਦੇਖੀਏ ਕਿ ਅਸੀਂ ਸਾਰੇ ਆਪਣੇ ਪਿਤਾ ਨਾਲ ਸੰਬੰਧਿਤ ਹਾਂ, ਆਪਣੀ ਮਾਤਾ ਨਾਲ ਸੰਬੰਧਿਤ ਹਾਂ, ਤਾਂ ਸਾਡੀ ਪਿਤਾ ਦੇ ਨਾਲ ਸੰਬੰਧਿਤ ਹੋਣ ਦੇ ਕਾਰਨ ਜਦ ਸੂਰਜ ਇਹਨਾਂ ਸਾਰੇ ਸੂਰਜੀ ਪਰਿਵਾਰ ਦਾ ਪਿਤਾ ਹੈ, ਪਿਓ ਹੈ, ਤਾਂ ਉਹਦਾ ਚਾਹੇ ਉਹ ਪਲੈਨਟਸ ਹੈ ਚਾਹੇ ਉਹ ਸੈਟੇਲਾਈਟਸ ਹੈ, ਉਹ ਸਾਰੇ ਮਿਲ ਕੇ ਇੱਕ ਖੁਸ਼ਨੁਮਾ ਪਰਿਵਾਰ ਬਣਾਉਂਦੇ ਹਨ। और the whole group is called the solar system, और सारे इस समूह ਨੂੰ यानी planets, satellites etc. known as the solar system. Next, we will now again recapitulate the meaning of the word planet. Planet का मतलब ग्रह, that means a heavenly body that rotates around the sun. ਜਿਹੜੇ ਪਿੰਡ ਸੂਰਜ ਦੇ ਆਸ-ਪਾਸ ਚੱਕਰ ਲਾਉਂਦੇ ਆ ਉਹਨਾਂ ਨੂੰ ਗ੍ਰਹਿ ਕਿਹਾ ਜਾਂਦਾ ਹੈ। Satellite ਉਪਗ੍ਰਹਿ, a natural object that moves around a bigger object in the space. ਇੱਕ ਪ੍ਰਕਿਰਤਿਕ ਅਜਿਹੀ ਚੀਜ਼ ਜਿਹੜੀ ਕਿਸੇ ਵੱਡੇ ਚੀਜ਼ ਦੇ ਆਸ-ਪਾਸ ਬ੍ਰਹਿਮੰਡ 'ਚ ਚੱਕਰ ਲਾਉਂਦੀ ਹੈ ਉਸ ਨੂੰ ਉਪਗ੍ਰਹਿ ਕਿਹਾ ਜਾਂਦਾ ਹੈ। ਜਿਵੇਂ ਚੰਨ ਜਿਹੜਾ ਹੈ ਉਹ that moon revolves around the earth, ਜਿਹੜਾ ਚੰਦਰਮਾ ਹੈ ਉਹ ਧਰਤੀ ਦੇ ਆਸੇ-ਪਾਸੇ ਚੱਕਰ ਲਾਉਂਦਾ ਹੈ ਤਾਂ ਉਸ ਨੂੰ ਸੈਟੇਲਾਈਟ of the earth ਕਿਹਾ ਜਾਂਦਾ ਹੈ। Next, what are planets? Planets ਕੀ ਨੇ ਯਾਨੀ ਗ੍ਰਹਿ ਕੀ ਨੇ? All those heavenly bodies that move around the sun are known as planets. For example, Earth moves around the sun, so it is also a planet. ਉਹ ਸਾਰੇ ਪਿੰਡ ਜਿਹੜੇ ਸੂਰਜ ਦੇ ਆਸ-ਪਾਸ ਚੱਕਰ ਲਗਾਉਂਦੇ ਹਨ ਉਹਨਾਂ ਨੂੰ ਗ੍ਰਹਿ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਧਰਤੀ ਸੂਰਜ ਦੇ ਆਸ-ਪਾਸ ਚੱਕਰ ਲਾਉਂਦੀ ਹੈ, ਇਸ ਵਾਸਤੇ ਇਸ ਨੂੰ ਗ੍ਰਹਿ ਕਿਹਾ ਜਾਂਦਾ ਹੈ। Define solar system. Solar system ਨੂੰ ਯਾਨੀ ਸੌਰ ਮੰਡਲ ਦੇ ਬਾਰੇ 'ਚ ਜਾਣਕਾਰੀ ਦਿਓ, ਉਸ ਦੇ ਬਾਰੇ 'ਚ ਪਰਿਭਾਸ਼ਾ ਦਿਓ। The solar system means the family of the sun. ਸੌਰ ਮੰਡਲ ਦਾ ਮਤਲਬ ਹੈ ਸੂਰਜ ਦਾ ਪਰਿਵਾਰ। The sun is the father of solar system. ਸੂਰਜ ਜਿਹੜਾ ਹੈਗਾ ਉਹ ਇਸ ਪਰਿਵਾਰ ਦਾ ਪਿਤਾ ਹੈ। The planets ਗ੍ਰਹਿ and their satellites और ग्रहां दे उपग्रह are also part of solar system. वो सारे भी इस सौर मंडल दा हिस्सा हन। Next, you see that beta here it is sun, earth and stars. It is your solar system. Now at night you see thousands of stars in the sky. ਰਾਤ ਨੂੰ ਤੁਸੀਂ ਆਸਮਾਨ ਵਿੱਚ ਆਕਾਸ਼ ਵਿੱਚ ਹਜ਼ਾਰਾਂ ਤਾਰੇ ਦੇਖਦੇ ਹੋ। countless stars, ਗਿਣ ਨਹੀਂ ਸਕਦੇ ਅਸੀਂ, ਇੰਨੇ ਤਾਰੇ ਦਿਖਦੇ हैं। only a few of these are the planets. ਇਹਨਾਂ ਚੋਂ ਕੁਝ ਹੀ ਜਿਹੜੇ ਨੇ ਉਹ ਗ੍ਰਹਿ ਹਨ, and these are really not called stars at all. ਲੇਕਿਨ ਇਹਨਾਂ ਨੂੰ ਅਸੀਂ ਜਿਹੜੇ ਗ੍ਰਹਿ ਨੇ ਉਹਨਾਂ ਨੂੰ ਤਾਰੇ ਨਹੀਂ ਕਹਿ ਸਕਦੇ ਕਿਉਂਕਿ ਇਹਨਾਂ ਚੋਂ ਕੁਝ ਜਿਹੜੇ ਨੇ, ਕੁਝ ਸਾਰੇ ਤਾਰੇ ਜ਼ਿਆਦਾ ਨੇ ਲੇਕਿਨ ਇਹਨਾਂ ਚੋਂ ਕੁਝ ਜਿਹੜੇ ਨੇ ਉਹ ਗ੍ਰਹਿ ਨੇ। Can you distinguish ਦਾ ਮਤਲਬ ਹੁੰਦਾ ਹੈ differentiate, ਫਰਕ ਕਰਨਾ। Can you distinguish between a planet and a star? ਕਿ ਤੁਸੀਂ ਇੱਕ ਗ੍ਰਹਿ ਅਤੇ ਇੱਕ ਤਾਰੇ 'ਚ ਫਰਕ ਕਰ ਸਕਦੇ ਹੋ। The planets are really quite tiny. ਜਿਹੜੇ planets ਹੁੰਦੇ हैं, ਜਿਹੜੇ ਗ੍ਰਹਿ ਹੁੰਦੇ हैं, ਉਹ ਛੋਟੇ ਹੁੰਦੇ हैं। Like our earth, ਜਿਵੇਂ ਸਾਡੀ ਧਰਤੀ ਹੈ। ਦੇਖਣ 'ਚ ਸਾਨੂੰ ਧਰਤੀ ਬਹੁਤ ਵੱਡੀ ਲੱਗਦੀ ਹੈ ਲੇਕਿਨ
ਧਰਤੀ ਜੇ ਦੇਖਿਆ ਜਾਏ ਤਾਰਿਆਂ ਦੇ ਸਾਹਮਣੇ ਜਾਂ ਫਿਰ ਸੂਰਜ ਦੇ ਸਾਹਮਣੇ ਬਹੁਤ ਛੋਟੀ ਹੈ compared to the stars, but they look bigger in the sky because they are much nearer to us. ਲੇਕਿਨ ਹੁਣ ਧਰਤੀ ਵੱਡੀ ਦਿਖਾਈ ਦਿੰਦੀ ਹੈ ਔਰ ਉਹਦੇ ਨਾਲ ਨਾਲ ਤੁਸੀਂ ਸੌਰ ਮੰਡਲ ਦੇ ਜਿਹੜੇ ਗ੍ਰਹਿ ਨੇ ਚਾਹੇ ਮਾਰਸ ਹੈ ਚਾਹੇ ਮਰਕੂਰੀ ਹੈ ਚਾਹੇ ਵੀਨਸ ਹੈ ਉਹ ਤੁਹਾਨੂੰ ਥੋੜੇ ਵੱਡੇ ਦਿਖਾਈ ਦੇਣਗੇ ਲੇਕਿਨ ਤਾਰੇ ਤਾਂ ਤੁਹਾਨੂੰ ਟਿਮਟਿਮਾਉਂਦੇ ਹੋਏ ਬਹੁਤ ਛੋਟੇ ਦਿਖਾਈ ਦਿੰਦੇ ਆ ਲੇਕਿਨ ਅਸੀਂ ਕਹਿੰਦੇ ਆ ਕਿ ਕੰਪੇਅਰ ਟੂ ਸਟਾਰਸ but they look bigger in the sky ਲੇਕਿਨ ਸਾਡੇ ਜਿਹੜੇ ਆਹ ਪਲੈਨਟਸ ਹੈ ਜਿਹੜੇ ਸਾਡੇ ਗ੍ਰਹਿ ਨੇ ਇਹ ਬਹੁਤ ਤਾਰਿਆਂ ਨਾਲੋਂ ਤਾਂ ਬਹੁਤ ਛੋਟੇ ਨੇ ਪਰ ਇਹ ਵੱਡੇ ਦਿਖਦੇ ਨੇ ਬਿਗਰ ਦੇਖੋ here it is comparative degree of adjective degree of adjective ਕਿਹੜੀ ਹੈ comparative degree ਹੈ big bigger biggest ਦੋ ਚ comparison ਕਰ ਰਹੇ ਹਾਂ ਅਸੀਂ stars ਔਰ planets ਤੋਂ ਅਸੀਂ comparative degree ਲਾਈ ਹੈ bigger in the sky ਪਰ ਇਹ ਵੱਡੇ ਦਿਖਾਈ ਦਿੰਦੇ ਨੇ ਆਸਮਾਨ ਵਿੱਚ because they are much nearer to earth ਕਿਉਂਕਿ ਇਹ ਸਾਡੇ ਜ਼ਿਆਦਾ ਨੇੜੇ ਨੇ again see here it is again your comparative degree दोबारा है क्योंकि again you are making a comparison between your planet and the stars just as the moon which is ਹੁਣ ਅਸੀਂ ਕਹਿੰਦੇ ਆ ਕਿ ਜਿਵੇਂ ਧਰਤੀ ਵੀ ਛੋਟੀ ਹੈ ਮੂਨ ਵੀ ਸਾਡੀ ਧਰਤੀ ਔਰ ਹੋਰ ਪਲੈਨਟਸ ਵੱਡੇ ਦਿਖਾਈ ਦਿੰਦੇ ਆ ਉਸੇ ਤਰ੍ਹਾਂ just as the moon ਇਹ ਉਸੇ ਤਰ੍ਹਾਂ ਜਿਸ ਤਰ੍ਹਾਂ ਮੂਨ which is in reality quite a baby ਜਿਹੜਾ ਕਿ ਸਹੀ ਤੌਰ ਤੇ ਵਾਸਤਵ ਵਿੱਚ ਅਸਲ ਵਿੱਚ ਬੱਚੇ ਦੀ ਤਰ੍ਹਾਂ ਹੈ ਬਹੁਤ ਛੋਟਾ ਹੈ ਚੰਦਰਮਾ look so big ਬਹੁਤ ਵੱਡਾ ਦਿਖਾਈ ਦਿੰਦਾ ਹੈ ਕਿਉਂ ਦਿਖਾਈ ਦਿੰਦਾ ਹੈ because it is quite near to us ਕਿਉਂਕਿ ਇਹ ਸਾਡੇ ਕਾਫੀ ਨਜ਼ਦੀਕ ਹੈ but the real way to distinguish the stars from the planet is to see if they twinkle or not ਪਰ ਅਸਲ ਤਰੀਕਾ ਤਾਰਿਆਂ 'ਚ ਔਰ ਗ੍ਰਹਿਾਂ 'ਚ ਫਰਕ ਕਰਨ ਦਾ ਇਹੀ ਹੈ ਕਿ ਅਸੀਂ ਇਹ ਦੇਖੀਏ ਕਿ ਇਹ ਟਿਮਟਿਮਾਉਂਦੀ ਹੈ ਜਿਹੜਾ ਆਬਜੈਕਟ ਵੀ ਜਿਹੜੀ ਵੀ ਕੋਈ ਚੀਜ਼ ਅਸੀਂ ਆਸਮਾਨ 'ਚ ਦੇਖ ਰਹੇ ਹਾਂ whether it is twinkling or not ਉਹ ਟਵਿੰਕਲ ਕਰ ਰਹੀ ਹੈ ਟਿਮਟਿਮਾਉਂਦੀ ਹੈ ਜਗਬੁੱਤ ਹੋ ਰਹੀ ਹੈ ਕਿ ਨਹੀਂ stars twinkle ਤਾਰੇ ਟਿਮਟਿਮਾਉਂਦੇ ਹਨ ਤਾਰਿਆਂ 'ਚ ਜਗਬੁੱਤ ਹੁੰਦੀ ਹੈ planets do not ਜਿਹੜੇ planets ਹੈ ਜਿਹੜੇ ਗ੍ਰਹਿ ਨੇ ਉਹ ਕਦੀ ਵੀ ਟਿਮਟਿਮਾਉਂਦੇ ਨਹੀਂ ਹੈ that is because ਇਸ ਵਾਸਤੇ ਹੁੰਦਾ ਹੈ the planets only shine ਜਿਹੜੇ ਸਾਡੇ ਗ੍ਰਹਿ ਨੇ ਉਹ ਚਮਕਦੇ ਨੇ because they get the light of our sun ਕਿਉਂਕਿ ਉਹਨਾਂ ਨੂੰ ਉਹ ਸਾਡੇ ਸੂਰਜ ਤੋਂ ਰੋਸ਼ਨੀ ਲੈਂਦੇ ਆ ਸੂਰਜ ਦੀ ਰੋਸ਼ਨੀ ਉਹਨਾਂ ਤੇ ਪੈਂਦੀ ਹੈ ਤਾਂ ਉਹ ਚਮਕਦੇ ਨੇ ਔਰ ਨੇੜੇ ਹੋਣ ਦੇ ਕਾਰਨ ਉਹ ਟਿਮਟਿਮਾਉਂਦੇ ਦਿਖਾਈ ਨਹੀਂ ਦਿੰਦੇ ਚਮਕਦੇ ਦਿਖਾਈ ਦਿੰਦੇ ਨੇ it is only the sunshine on the planets or the moon that we see ਇਹਨਾਂ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੁੰਦੀ planets don't have their own light and moon planets don't have their own light they shine with the light of either sun or the moon ਇਹਨਾਂ ਦੇ ਉੱਤੇ ਜਾਂ ਤਾਂ ਸੂਰਜ ਦੀ ਰੋਸ਼ਨੀ ਪੈਂਦੀ ਹੈ ਚੰਦਰਮਾ ਦੀ ਰੋਸ਼ਨੀ ਪੈਂਦੀ ਹੈ ਜਿਹੜੀ ਕਿ ਸਾਨੂੰ ਦਿਖਾਈ ਦਿੰਦੀ ਹੈ ਤਾਂ ਉਹਦੇ ਨਾਲ ਇਹ ਸਾਨੂੰ ਚਮਕਦੇ ਹੋਏ ਦਿਖਾਈ ਦਿੰਦੇ ਹਨ The real stars are like our sun ਸਹੀ ਤਾਰੇ ਸਾਡੇ ਸੂਰਜ ਵਾਂਗ ਹਨ they shine off themselves ਉਹ ਆਪਣੇ ਆਪ ਚਮਕਦੇ ਹਨ because they are very hot and burning ਕਿਉਂਕਿ ਉਹ ਬਹੁਤ ਗਰਮ ਹਨ ਔਰ ਬਹੁਤ ਜ਼ਿਆਦਾ burning means ਬਹੁਤ ਜ਼ਿਆਦਾ ਬਲ ਰਹੇ ਹਨ just like sun in reality our sun itself is a star ਸਹੀ ਤੌਰ ਤੇ ਸਾਡਾ ਸੂਰਜ ਆਪਣੇ ਆਪ 'ਚ ਇੱਕ ਤਾਰਾ ਹੈ only it looks bigger ਲੇਕਿਨ ਇਹ ਵੱਡਾ ਦਿਖਾਈ ਦਿੰਦਾ ਹੈ ਕਿਉਂ ਦਿਖਾਈ ਦਿੰਦਾ ਹੈ as it is nearer ਕਿਉਂਕਿ ਇਹ ਸਾਡੇ ਨੇੜੇ ਹੈ and we see it as a great ball of fire ਔਰ ਅਸੀਂ ਇਹਨੂੰ ਇੱਕ ਬਹੁਤ ਵੱਡੀ ਇੱਕ ਅੱਗ ਦੀ ਗੇਂਦ ਵਾਂਗ ਵੇਖਦੇ ਹਾਂ now
We will discuss the meaning of some of the important words. Twinkle, Timtimona, to shine with a light that seems to go on and off. Distinguish, to differentiate. Farak karna, to recognize the difference between the two things or people. Now we'll see how can you distinguish between planets and stars. ਤੁਸੀਂ ਇੱਕ ਗ੍ਰਹਿ ਔਰ ਤਾਰਿਆਂ 'ਚ ਕਿਵੇਂ ਫਰਕ ਕਰ ਸਕਦੇ ਹੋ? Planets are nearer to us, so they look bigger. ਗ੍ਰਹਿ ਸਾਡੇ ਨਜ਼ਦੀਕ ਹਨ, ਇਸ ਵਾਸਤੇ ਉਹ ਵੱਡੇ ਦਿਖਾਈ ਦਿੰਦੇ ਹਨ. Stars are farther to us, so they look tiny. ਤਾਰੇ ਸਾਥੋਂ ਬਹੁਤ ਦੂਰ ਨੇ, ਇਸ ਵਾਸਤੇ ਉਹ ਬੜੇ ਛੋਟੇ ਦਿਖਾਈ ਦਿੰਦੇ ਹਨ. Planets do not twinkle. Planets ਟਿਮਟਿਮਾਉਂਦੇ ਨਹੀਂ. Stars twinkle. ਤਾਰੇ ਟਿਮਟਿਮਾਉਂਦੇ ਹਨ. Planets shine with the light of the sun. ਜਿਹੜੇ ਗ੍ਰਹਿ ਨੇ ਉਹ ਸੂਰਜ ਦੀ ਰੋਸ਼ਨੀ ਨਾਲ ਚਮਕਦੇ ਹੈ. Stars twinkle with their own light. ਜਿਹੜੇ ਤਾਰੇ ਨੇ ਉਹ ਆਪਣੀ ਲਾਈਟ ਦੇ ਨਾਲ, ਆਪਣੀ ਰੋਸ਼ਨੀ ਦੇ ਨਾਲ ਟਿਮਟਿਮਾਉਂਦੇ ਹਨ. Why do the stars twinkle? ਤਾਰੇ ਟਿਮਟਿਮਾਉਂਦੇ ਕਿਉਂ ਨੇ? The stars are far off. Stars ਸਾਡੇ ਤੋਂ ਬਹੁਤ ਦੂਰ ਨੇ. Their rays of light pass through different layers of universe. ਉਹਨਾਂ ਦੀਆਂ ਜਿਹੜੀਆਂ ਕਿਰਨਾਂ ਨੇ, ਉਹਨਾਂ ਦੀਆਂ ਜਿਹੜੀਆਂ ਰੋਸ਼ਨੀ ਦੀਆਂ ਕਿਰਨਾਂ ਨੇ, ਉਹ ਸਾਡੇ ਬ੍ਰਹਿਮੰਡ ਦੀਆਂ ਬਹੁਤ ਸਾਰੀ ਪਰਤਾਂ ਦੇ ਵਿੱਚੋਂ ਲੰਘ ਕੇ ਆਉਂਦੀਆਂ. So they seem to be twinkling. ਇਸ ਵਾਸਤੇ ਉਹ ਟਿਮਟਿਮਾਉਂਦੇ ਹੋਏ ਦਿਖਾਈ ਦਿੰਦੇ. Now you have to complete this homework. Note it down. You have to fill in the blanks or write true or false. Moon is the satellite of either universe, oceans, Mars or Earth. From where do the planets get light? You should answer this question. The planets twinkle at night. True or false? All the hollows of the earth were filled with dust, snow, water or light. How many years did earth take to cool down? 1,000? Millions? 100? None of these. You have to choose one or tick one. Planets have natural satellites, whether it is true or false. Thank you. Thank you so much.